गुरसेवक सिंह रेडियो पंजाबी नेशन तो एक वीडियो लैके हाज़र हाँ। इस वीडियो दे विच मैं तुहाडे नाल एक इतिहास ते वर्तमान दी कड़ी नूं साझा करना है कि तीजे संसार की तीजे विश्व युद्ध की शुरुआत हो चुकी है, क्योंकि अज 24 फरवरी 2022 सवेरे सवेरे रशिया ने यूक्रेन ते हमला कर दिता। यूक्रेन दे ईस्ट वाले पास्यों, नॉर्थ वाले पास्यों ते साउथ वाले पास्यों। कि ये जंग हो के रहेगी, कि ये तीजे विश्व युद्ध का मुढ़ बज रहा है, ये सवाल हर एक दी जुबान ते है। रूस अते यूक्रेन एक दूजे दे आमने सामने ने ते ये एक बड़ा गुंझलदार ते जवाब मंगदा मसला है। की कारण है कि पुतिन व्लादिमीर पुतिन यूक्रेन दे प्रति इन्ना जुनूनी होया फिरदा है। आपां इन्हां सारे सवालों के जवाब तुहाडे नाल कुछ विचारां साझियां करनियां ने ते तुहाडे कॉमेंट्स तुहाडे विचार जिहड़े ने वो भी लैणे ने। कि कदी कोई वेला सी जदों, क्योंकि दुनिया दे उत्ते हमेशा ताकत एक बंदे कोल नहीं रहिंदी, ताकत बदलती रहिंदी है। ताकत कदी रूस कोल सी, कदी कीयव कोलों सी। कीयव इस वेले कीव उन्होंने कह देंगे ने, जो यूक्रेन की राजधानी है, कैपिटल है। कि कदी कीव कोल मास्को दे नालों ज़्यादा ताकत सी, कि कदी कोई इहो जिहा वेला भी सी जदों यूक्रेन अमरीका का विरोधी रहा होवे। असीं इन्हां सारे सवालों के जवाब जां इन्हां सारे सवालों के कारण तुहाडे नाल साझे करने ने ते करने ने रेडियो पंजाबी नेशन की इस खास पेशकश के जरिए। ते तुसी एक खास पेशकश सुन रहे हो गुरसेवक सिंह दे नाल। जेकर आपां जिहड़ी अज जंग शुरू हुई है यूक्रेन ते रशिया दे विच, उहदा इतिहास जानना होवे ते सानू 9वीं सदी दे विच जाना पवेगा। 9वीं सदी विच जदों रशिया ते यूक्रेन नूं उस वेले कीव कहा जांदा सी ते रशिया ते कीव नूं इकट्ठा कहा जांदा सी कीवियन रूस, जिहड़ा कि ब्लैक सी, जिन्हों आपां काला समुंदर कह दिंदे आ, ब्लैक सागर कह दिंदे आ, उहदे तो लैके अप नॉर्थ तक फैलिया होया सी। ते उहदी शेप, उहदी बनतर जिवें एक मैंगो अंब दी हुंदी है, इस तरह दी सी। 980 ईस्वी तो लैके 1015 ईस्वी तक, 980 तो यानी कि 10वीं सदी दे एंड तो लैके 11वीं सदी दे शुरू तक कीवियन रूस दे विच राज सीगा प्रिंस
ਮਹਾਨ ਪ੍ਰਿੰਸ ਵਲੋਦੋਮੀਰ, ਰਸ਼ੀਆ ਦੇ ਵਿੱਚ ਵਲਾਦੀਮੀਰ ਕਿਹਾ ਜਾਂਦਾ ਹੈ ਤੇ ਯੂਕਰੇਨੀਅਨ ਭਾਸ਼ਾ ਦੇ ਵਿੱਚ ਵਲੋਦੋਮੀਰ ਕਿਹਾ ਜਾਂਦਾ ਹੈ। ਜਿਵੇਂ ਕਿ ਅੱਜ ਵੀ ਇਤਫਾਕਨ ਤੌਰ ਯੂਕਰੇਨ ਦੇ ਵਿੱਚ ਰਾਜ ਹੈ ਵਲੋਦੋਮੀਰ ਤੇ ਰਸ਼ੀਆ ਦੇ ਵਿੱਚ ਰਾਜ ਹੈ ਵਲਾਦੀਮੀਰ। ਰਸ਼ੀਆ, ਯੂਕਰੇਨ ਤੇ ਬੈਲਾਰੂਸ, ਇਹਨਾਂ ਦਾ ਇਤਿਹਾਸ ਇੱਕ ਹੈ। ਇਹ ਤਿੰਨੇ ਦੇਸ਼ ਅੱਜ ਭਾਵੇਂ ਵੱਖਰੇ ਵੱਖਰੇ ਨੇ ਪਰ ਕਿਸੇ ਸਮੇਂ 'ਤੇ ਇਹ ਇਕੱਠੇ ਹੁੰਦੇ ਸੀ ਤੇ ਇਹਨਾਂ ਨੂੰ ਕੀਮੀਅਨ ਰੂਸ ਨਾਮ ਦੇ ਨਾਲ ਜਾਣਿਆ ਜਾਂਦਾ ਸੀ। ਤੇ ਪਿਛਲੀਆਂ ਸਦੀਆਂ ਦੇ ਵਿੱਚ ਜਿਵੇਂ ਅੱਜ ਕਦੀ ਪਾਵਰ ਕਿਸੇ ਕੋਲ ਚਲੇ ਜਾਂਦੀ ਹੈ, ਕਦੀ ਪਾਵਰ ਕਿਸੇ ਕੋਲ ਚਲੇ ਜਾਂਦੀ ਹੈ, ਇਸੇ ਤਰ੍ਹਾਂ ਇਤਿਹਾਸ ਦੇ ਵਿੱਚ ਵੀ ਤਾਕਤ ਹਮੇਸ਼ਾ ਬਦਲਦੀ ਰਹੀ, ਕਦੀ ਕਿਸੇ ਕੋਲ ਕਦੀ ਕਿਸੇ ਕੋਲ। ਤੇ ਯੂਕਰੇਨ ਹਮੇਸ਼ਾ ਰਸ਼ੀਆ ਦੇ ਪ੍ਰਭਾਵ ਅਧੀਨ ਰਿਹਾ, ਰਸ਼ੀਆ ਦੀ ਤਾਕਤ ਦੇ ਅਧੀਨ ਰਿਹਾ ਤੇ 1922 ਦੇ ਵਿੱਚ ਬਹੁਤ ਸਾਰੇ ਇਲਾਕਿਆਂ ਨੇ ਰਲ ਕੇ, ਮੁਲਕਾਂ ਨੇ, ਦੇਸ਼ਾਂ ਨੇ, ਸਟੇਟਸ ਨੇ ਰਲ ਕੇ USSR ਬਣਾ ਲਿਆ, ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਜਿਹਦੇ ਵਿੱਚ ਰਸ਼ੀਆ ਵੀ ਸੀ, ਯੂਕਰੇਨ ਵੀ ਸੀ, ਬੈਲਾਰੂਸ ਵੀ ਸੀ, ਕਜ਼ਾਕ ਵੀ ਸੀ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਇਹ ਸਾਰੇ ਮੁਲਕ ਸੀਗੇ। ਪਰ ਲਗਭਗ 15 ਮੁਲਕ ਸੀਗੇ ਤੇ ਇਹਨਾਂ 15 ਦੇ ਵਿੱਚੋਂ ਰੂਸ ਪਹਿਲੇ ਨੰਬਰ ਤੇ ਸੀ ਤੇ ਯੂਕਰੇਨ ਦੂਸਰਾ ਸਭ ਤੋਂ ਤਾਕਤਵਰ ਤੇ ਖੇਤਰਫਲ ਦੇ ਪੱਖੋਂ ਵੀ ਦੂਸਰਾ ਵੱਡਾ ਮੁਲਕ ਸੀ। ਤੇ ਦੂਜੀ ਸੰਸਾਰ ਜੰਗ ਤੋਂ ਬਾਅਦ ਇਹ ਅਮਰੀਕਾ ਦੇ ਬਹੁਤ ਵਿਰੁੱਧ ਰਿਹਾ। ਜਿਹੜਾ ਮੈਂ ਪਹਿਲਾਂ ਸਵਾਲ ਕੀਤਾ ਸੀ ਕਿ ਕੀ ਕਦੀ ਜਿਵੇਂ ਅੱਜ ਅਮਰੀਕਾ ਯੂਕਰੇਨ ਦੀ ਮਦਦ ਦੇ ਉੱਤੇ ਹੈ ਥਰੂ ਨਾਟੋ, ਕਿ ਕਦੀ ਵੈਦਰ ਦੇਰ ਵਾਜ਼ ਅ ਟਾਈਮ ਵੈਨ ਯੂਕਰੇਨ ਵਾਜ਼ ਅਗੇਂਸਟ USA ਅਮਰੀਕਾ, ਤੇ ਕੋਈ ਸਮਾਂ ਸੀ ਵੈਨ ਦੇ ਵਰ ਨਾਟ ਅਲਾਈਜ਼, ਦੇ ਵਰ ਐਨੀਮੀਜ਼। ਯੂਕਰੇਨ ਤੇ ਅਮਰੀਕਾ ਦੀ ਆਪਸ ਦੇ ਵਿੱਚ ਬਣਦੀ ਨਹੀਂ ਸੀ। ਫਿਰ ਇੱਕ ਸਮਾਂ ਆਉਂਦਾ 1991 ਦਾ ਦੌਰ, ਜਦੋਂ ਸੋਵੀਅਤ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਨਸ ਟੁੱਟ ਜਾਂਦੀ ਹੈ 15 ਹਿੱਸਿਆਂ ਦੇ ਵਿੱਚ। ਤੇ ਉਹਨਾਂ 15 ਦੇ ਵਿੱਚੋਂ ਸਭ ਤੋਂ ਖੇਤਰਫਲ ਦੇ ਵਿੱਚ ਤੇ ਤਾਕਤ ਵਿੱਚ ਵੱਡਾ ਦੇਸ਼ ਬਣਦਾ ਹੈ ਰੂਸ, ਰਸ਼ੀਆ ਤੇ ਦੂਜੇ ਨੰਬਰ ਤੇ ਯੂਕਰੇਨ। ਤੇ ਉਸ ਵੇਲੇ ਜਦੋਂ ਆਪਸੀ ਵੰਡ ਹੁੰਦੀ ਹੈ ਤੇ ਯੂਕਰੇਨ ਬਹੁਤ ਸਾਰੇ ਨਿਊਕਲੀਅਰ ਪਾਵਰਸ, ਇੰਟਰਨੈਸ਼ਨਲ ਬੈਲਿਸਟਿਕ ਮਿਜ਼ਾਈਲਸ ਤੇ ਸਟ੍ਰੈਟੇਜਿਕ ਬੰਬਰਸ, ਜਿਨ੍ਹਾਂ ਦੀ ਗਿਣਤੀ ਵੀ ਹੈ ਇੰਟਰਨੈਸ਼ਨਲ ਬੈਲਿਸਟਿਕ ਮਿਜ਼ਾਈਲਸ 176, ਨਿਊਕਲੀਅਰ ਵਾਰ ਹੈਡਸ 1249 ਤੇ 44 ਸਟ੍ਰੈਟੇਜਿਕ ਬੰਬਰਸ ਜਹਾਜ਼ ਆਪਣੇ ਨਾਲ ਲੈ ਜਾਂਦਾ ਹੈ। ਪਰ 1994 ਈਸਵੀ ਦੇ ਆਸ-ਪਾਸ ਰੂਸ ਤੇ ਯੂਕਰੇਨ ਦਾ ਸਮਝੌਤਾ ਹੁੰਦਾ ਹੈ ਤੇ ਯੂਕਰੇਨ ਇਹ ਸਾਰੇ ਹਥਿਆਰ ਜਿਹੜੇ ਨੇ ਉਹ ਰੂਸ ਨੂੰ ਵਾਪਸ ਕਰ ਦਿੰਦਾ ਹੈ ਤੇ ਰੂਸ ਉਹਦੇ ਬਦਲੇ 'ਚ ਯੂਕਰੇਨ ਦੀ ਸੋਵਰੈਨਿਟੀ, ਇੰਡੀਪੈਂਡੈਂਸ, ਇੰਟੈਗਰਿਟੀ ਤੇ ਉਹਦੀ ਸਿਕਿਉਰਿਟੀ ਇੰਟੈਕਟ ਰੱਖਣ ਦਾ, ਉਸ ਨੂੰ ਬਰਕਰਾਰ ਰੱਖਣ ਦਾ ਉਹਦੇ ਨਾਲ ਸਮਝੌਤਾ ਕਰਦਾ ਹੈ, ਭਰੋਸਾ ਦਿਵਾਉਂਦਾ ਹੈ। ਸਮਾਂ ਲੰਘਦਾ ਜਾਂਦਾ ਹੈ ਤੇ ਅਮਰੀਕਾ ਤੇ UK ਵਿੱਚ ਦਖਲ ਅੰਦਾਜ਼ੀ ਕਰਨ ਲੱਗ ਜਾਂਦੇ ਨੇ। ਇਸ ਸਮੇਂ ਦੇ ਦੌਰਾਨ 1994 ਤੋਂ ਲੈ ਕੇ ਤੇ ਸਮਾਂ ਆ ਜਾਂਦਾ ਹੈ 2013 ਤੇ ਵਿਕਟਰ ਜਨੂਕੋਵਿਚ ਯੂਕਰੇਨ ਦਾ ਰਾਸ਼ਟਰਪਤੀ ਬਣਦਾ ਹੈ, ਜਿਸ ਨੂੰ ਪ੍ਰੋ ਮਾਸਕੋ ਕਿਹਾ ਜਾਂਦਾ ਹੈ, ਪ੍ਰੋ ਰਸ਼ੀਅਨ ਕਿਹਾ ਜਾਂਦਾ ਹੈ, ਜਿਹੜਾ ਰਸ਼ੀਆ ਪੱਖੀ ਹੁੰਦਾ ਹੈ। ਤੇ ਉਹਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਇਹ ਬੇਈਮਾਨ ਹੈ, ਇਹ ਕਰਪਟ ਹੈ ਤੇ ਇਹ ਮਾਸਕੋ ਪੱਖੀ ਹੈ।
2013 ਦੇ ਵਿੱਚ ਉਹਨੂੰ ਇੱਕ ਮੌਕਾ ਮਿਲਦਾ ਯੂਰਪ ਦੇ ਨਾਲ ਜਾਣ ਦਾ, ਪਰ ਉਹ ਯੂਰਪ ਦੇ ਨਾਲ ਨਹੀਂ ਜਾਂਦਾ, ਉਹ ਰਸ਼ੀਆ ਦੇ ਨਾਲ ਰਹਿੰਦਾ ਤੇ ਰਸ਼ੀਆ ਦੇ ਕੋਲੋਂ 15 ਬਿਲੀਅਨ ਅਮਰੀਕੀ ਡਾਲਰ ਦਾ ਕਰਜ਼ਾ ਲੈਂਦਾ ਜ਼ਮਾਨਤ ਦੇ ਉੱਪਰ। ਤੇ ਯੂਕਰੇਨੀਅਨ ਲੋਕ ਉਸ ਉੱਤੇ ਇਲਜ਼ਾਮ ਲਾਉਂਦੇ ਨੇ ਕਿ ਇਹਨੇ ਯੂਕਰੇਨ ਨੂੰ ਰੂਸ ਦੇ ਹੱਥੀਂ ਵੇਚ ਦਿੱਤਾ ਤੇ ਬਹੁਤ ਵੱਡੇ ਪ੍ਰਦਰਸ਼ਨ ਹੁੰਦੇ ਨੇ ਕਿ ਇਹਨੇ EU ਡੀਲ ਸਾਈਨ ਨਹੀਂ ਕੀਤੀ ਤੇ ਰਸ਼ੀਆ ਦੇ ਨਾਲ ਚਲਾ ਗਿਆ। ਤੇ ਫਰਵਰੀ 2014 ਵਿੱਚ ਪ੍ਰਦਰਸ਼ਨਾਂ ਤੋਂ ਬਾਅਦ, ਵੱਡੇ ਪ੍ਰਦਰਸ਼ਨਾਂ ਤੋਂ ਬਾਅਦ, ਵੱਡੀ ਵਿਰੋਧਤਾ ਤੋਂ ਬਾਅਦ ਉਹਦੀ ਸਰਕਾਰ ਟੁੱਟ ਜਾਂਦੀ ਹੈ ਤੇ ਯਨੂਕੋਵਿਚ ਰਸ਼ੀਆ ਚਲਾ ਜਾਂਦਾ ਹੈ। ਤੇ ਜਿਸ ਤੇ ਰਸ਼ੀਆ ਬਹੁਤਾ ਖੁਸ਼ ਨਹੀਂ ਹੁੰਦਾ, ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਹੀ ਇਜ਼ ਪਪਟ ਆਫ ਰਸ਼ੀਆ, ਉਹ ਰਸ਼ੀਆ ਦੀ ਕਠਪੁਤਲੀ ਸੀ ਮਾਫੀ ਚਾਹੁੰਦਾ, ਪਰ ਉਹ ਰਸ਼ੀਆ ਚਲਾ ਜਾਂਦਾ ਹੈ। ਲੋਕ ਤਾਂ ਯੂਕਰੇਨ ਦੇ ਥੋੜੇ ਰਾਹਤ ਮਹਿਸੂਸ ਕਰਦੇ ਨੇ, ਪਰ ਰਸ਼ੀਆ ਰਾਹਤ ਮਹਿਸੂਸ ਕਰਨ ਦੀ ਬਜਾਏ ਨਾਰਾਜ਼ ਹੁੰਦਾ ਯੂਕਰੇਨ ਦੇ ਨਾਲ। ਤੇ ਇਸ ਮਸਲੇ ਤੋਂ ਉੱਭਰਨ ਦੇ ਲਈ, ਕਿਉਂਕਿ ਰੂਸ ਨੂੰ ਇਦਾਂ ਲੱਗਦਾ ਹੈ ਕਿ ਅਮਰੀਕਾ ਤੇ ਇੰਗਲੈਂਡ ਦੀ ਇੰਟਰਫੇਰੈਂਸ ਯੂਕਰੇਨ ਦੇ ਵਿੱਚ ਵੱਧ ਗਈ ਹੈ, ਉਹ ਯੂਕਰੇਨ ਦੇ ਵਿੱਚ ਆਪਣਾ ਦੁਬਾਰਾ ਦਬਦਬਾ ਕਾਇਮ ਕਰਨ ਦੇ ਲਈ ਇੱਕ ਪੈਨੀਸੂਏਲਾ ਹੈ, ਪ੍ਰਾਇਦੀਪ ਹੈ, ਜਿਹੜਾ ਰਸ਼ੀਆ ਦੇ ਵੈਸਟ ਵਿੱਚ ਹੈ। ਔਰ 1940 ਦੇ ਆਸ-ਪਾਸ ਯੂਕਰੇਨ ਦੇ ਵਿੱਚ ਜਿਹੜੀ ਬਹੁਤੀ ਵਸੋਂ ਸੀ ਉਹ ਰਸ਼ੀਅਨ ਹੋ ਗਈ। ਤੇ ਇਸੇ ਕਰਕੇ ਸ਼ਾਇਦ ਅੱਜ ਵੀ ਜਿਹੜਾ ਪੂਰਬੀ ਯੂਕਰੇਨ ਹੈ ਉਹ ਰਸ਼ੀਆ ਨੂੰ ਬਹੁਤ ਪਿਆਰਾ, ਰੂਸ ਨੂੰ ਬਹੁਤ ਪਿਆਰਾ ਹੈ, ਕਿਉਂਕਿ ਉੱਥੇ ਕੋਲਾ ਵੀ ਬਹੁਤ ਹੈ, ਉੱਥੇ ਲੋਹਾ ਵੀ ਬਹੁਤ ਹੈ ਤੇ ਉਹਦੀ ਜ਼ਮੀਨ ਵੀ ਬਹੁਤ ਉਪਜਾਊ ਹੈ। ਇਸੇ ਲਈ ਰੂਸ ਦਾ ਰਾਸ਼ਟਰਪਤੀ ਕਹਿੰਦਾ ਹੈ ਕਿ ਰੂਸੀ ਤੇ ਯੂਕਰੇਨੀਅਨ ਇੱਕ ਨਸਲ ਹੈ। ਇੱਕ ਸਰਵੇ ਹੋਇਆ ਯੂਕਰੇਨ ਦੇ ਵਿੱਚ, ਜਿਹਦੇ ਵਿੱਚ 70% ਯੂਕਰੇਨੀਅਨ ਲੋਕਾਂ ਨੇ ਇਸ ਵਿਚਾਰ ਨੂੰ ਨਕਾਰ ਦਿੱਤਾ ਹੈ ਕਿ ਅਸੀਂ ਇੱਕ ਨਸਲ ਹਾਂ। ਉਹਨਾਂ ਨੇ ਕਿਹਾ ਕਿ ਰਸ਼ੀਅਨ ਅਲੱਗ ਨੇ ਤੇ ਯੂਕਰੇਨੀਅਨ ਅਲੱਗ ਨੇ। 70% ਲੋਕਾਂ ਨੇ ਕਿਹਾ। 72% 72% ਪੀਪਲ ਸੈਡ ਦੈਟ ਰਸ਼ੀਆ ਇਜ਼ ਐ ਐਨਮੀ ਸਟੇਟ। 72% ਲੋਕਾਂ ਨੇ ਕਿਹਾ ਕਿ ਰਸ਼ੀਆ ਇੱਕ ਵਿਰੋਧੀ ਦੇਸ਼ ਹੈ। 33% ਯੂਕਰੇਨੀਅਨ ਲੋਕਾਂ ਨੇ ਰੂਸ ਦੇ ਵਿਰੁੱਧ ਹਥਿਆਰ ਚੁੱਕਣ ਨੂੰ ਆਪਣੇ ਆਪ ਨੂੰ ਤਿਆਰ ਦੱਸਿਆ। ਉਹਨਾਂ ਕਿਹਾ ਕਿ ਅਗਰ ਲੋੜ ਪੈਂਦੀ ਹੈ, ਇਟਸ quite a lot of people, 33 out of 100 who said they are ready to fight against Russia, ਉਹ ਆਪਣੇ ਹੱਥਾਂ 'ਚ ਹਥਿਆਰ ਲੈਣ ਨੂੰ ਤਿਆਰ ਨੇ। 21.7% ਲੋਕ ਰਸ਼ੀਆ ਦੀ ਸਮਾਜਿਕ ਵਿਰੋਧਤਾ ਕਰਦੇ ਨੇ। 67% ਯੂਕਰੇਨੀਅਨ ਲੋਕ ਰਸ਼ੀਆ ਦੇ ਨਾਲ ਨਹੀਂ, ਯੂਰਪ ਦੇ ਨਾਲ ਜਾਣ ਨੂੰ ਤਿਆਰ ਨੇ। 59% ਲੋਕ ਨੈਟੋ ਦੇ ਮੈਂਬਰ ਬਣਨ ਨੂੰ ਤਿਆਰ ਨੇ। ਇਟਸ ਅ ਬਿਗ ਨੰਬਰ, 59%। ਬਾਕੀ ਕਿੰਨੇ ਰਹਿ ਗਏ? 41%। ਸੋ ਇਟਸ ਅ ਬਿਗ ਨੰਬਰ, ਮੋਰ ਦੈਨ ਹਾਫ ਜਿਹੜੇ ਨੈਟੋ ਦੇ ਮੈਂਬਰ ਬਣਨ ਨੂੰ ਤਿਆਰ ਨੇ। ਤੇ ਜੇਕਰ ਯੂਕਰੇਨ ਦੇ ਮੌਜੂਦਾ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦੀ ਗੱਲ ਕਰੀਏ, ਜਿਨ੍ਹਾਂ ਦਾ ਨਾਮ ਹੈ ਵਲੋਦੋਮੀਰ ਜ਼ੈਲੈਂਸਕੀ, ਜਿਹੜੇ ਕਿ 2019 ਦੇ ਵਿੱਚ ਇੱਕ ਵੱਡੇ ਬਹੁਮਤ ਨਾਲ ਸੱਤਾ ਦੇ ਵਿੱਚ ਆਏ, ਉਹ ਰੂਸ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆ ਤੇ ਕਹਿੰਦੇ ਆ ਕਿ ਰੂਸ ਉਹਨਾਂ ਨੂੰ ਖਰਾਬ ਕਰ ਰਿਹਾ, ਉਹਨਾਂ ਦੀ ਤਰੱਕੀ ਦੇ ਵਿੱਚ ਬਾਧਾ ਪਾ ਰਿਹਾ, ਅੜਚਨ ਪਾ ਰਿਹਾ। ਯੂਕਰੇਨ ਦੇ 73% ਲੋਕਾਂ ਨੇ ਵਲੋਦੋਮੀਰ ਜ਼ੈਲੈਂਸਕੀ ਨੂੰ ਵੋਟਾਂ ਪਾ ਕੇ ਸੱਤਾ ਦੇ ਵਿੱਚ ਲਿਆਂਦਾ। 73% ਪੀਪਲ ਵੋਟਡ ਫਾਰ ਵਲੋਦੋਮੀਰ ਜ਼ੈਲੈਂਸਕੀ। ਤੇ ਜਿਹੜਾ ਇਹ ਵਲੋਦੋਮੀਰ ਹੈ, ਇਹ ਯੂਕਰੇਨੀਅਨ ਲੋਕਾਂ ਦੇ ਦਿਲਾਂ ਦੀ ਧੜਕਣ ਹੈ, ਜੋ ਰੂਸ ਤੋਂ ਯੂਕਰੇਨ ਨੂੰ ਆਜ਼ਾਦ ਰੱਖਣਾ ਚਾਹੁੰਦਾ ਹੈ। ਤੇ ਉੱਥੇ ਹੀ ਦੂਜੇ ਪਾਸੇ ਰੂਸ ਦਾ ਰਾਸ਼ਟਰਪਤੀ ਇੱਕ ਵਾਰੀ ਫਿਰ
यूनियन ऑफ सोवियत सोशलिस्ट रिपब्लिकनस ਦੇ ਟਾਈਮ ਵਾਂਗੂ, ਸੋਵੀਅਤ ਯੂਨੀਅਨ ਦੇ ਸਮੇਂ ਵਾਂਗੂ ਰੂਸੀ ਸਾਮਰਾਜਵਾਦ ਦੇ ਅਧੀਨ ਯੂਕਰੇਨ ਤੇ ਜਾਂ ਬਾਕੀ ਮੁਲਕਾਂ ਤੇ ਆਪਣੇ ਆਲੇ ਦੁਆਲੇ ਤੇ ਆਪਣੀ ਸੱਤਾ ਕਾਇਮ ਕਰਨਾ ਚਾਹੁੰਦਾ ਹੈ। ਸ਼ਾਇਦ ਉਹ ਇਹ ਗੱਲ ਨਹੀਂ ਸਮਝਦਾ ਕਿ ਦੁਨੀਆ ਬਦਲ ਚੁੱਕੀ ਹੈ। ਹਾਂ, ਪਰ ਅਮਰੀਕਾ ਵੀ ਨਾਟੋ ਦੇ ਪ੍ਰਭਾਵ ਅਧੀਨ ਦੁਨੀਆ ਤੇ ਆਪਣੀ ਤਾਕ ਜਮਾ ਕੇ ਰੱਖਣਾ ਚਾਹੁੰਦਾ ਹੈ, ਜਿਸ ਨੂੰ ਰੂਸ ਸਮੇਂ ਸਮੇਂ ਤੇ ਚੁਣੌਤੀ ਦਿੰਦਾ ਰਿਹਾ ਹੈ। ਤੇ ਅੱਜ ਫਿਰ ਹਮਲਾ ਕਰਕੇ ਉਸਨੇ ਨੈਟੋ ਮੁਲਕਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਉਹ ਜਿਹੜੇ ਉਹਦੇ ਮੁਲਕ ਨੇ, ਸੋਵੀਅਤ ਯੂਨੀਅਨ ਦੇ ਮੁਲਕ ਨੇ, ਉਹਨਾਂ ਉੱਤੇ ਆਪਣਾ ਅਧਿਕਾਰ ਨਾ ਜਮਾਉਣ। ਤੇ ਕਿਤੇ ਨਾ ਕਿਤੇ ਰੂਸ ਦੇ ਅੰਦਰ ਇੱਕ ਵਾਰੀ ਫਿਰ ਸੁਪਰ ਪਾਵਰ ਬਣਨ ਦੀ ਜਿਹੜੀ ਲਾਲਸਾ ਹੈ ਉਹ ਕਿਤੇ ਨਾ ਕਿਤੇ ਨਜ਼ਰੀ ਪੈਂਦੀ ਹੈ। ਪਰ ਇਹ ਸਭ ਤੋਂ ਉੱਪਰ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਇਹ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋ ਚੁੱਕੀ ਹੈ? ਇਸ ਸਵਾਲ ਦਾ ਜਵਾਬ ਸਮਾਂ ਦੇਵੇਗਾ। ਹਾਲਾਤ ਬੜੇ ਭਿਆਨਕ ਨਜ਼ਰ ਆ ਰਹੇ ਨੇ, ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਤਾਕਤ ਦੀ ਬਜਾਏ ਤਾਕਤ ਦੀ ਬਨਸਪਤ ਧੰਨ ਗੁਰੂ ਨਾਨਕ ਸਾਹਿਬ ਦੇ ਫਲਸਫੇ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਪਿਆਰ ਭਾਵਨਾ ਦੇ ਨਾਲ ਰਹੋ, ਉਹਦੇ ਤੇ ਧਿਆਨ ਦੇਣਾ ਚਾਹੀਦਾ। ਦੁਨੀਆ ਆਪਣੀ ਤਾਕਤ ਦੂਜੇ ਨੂੰ ਦਿਖਾਉਣਾ ਚਾਹੁੰਦੀ ਹੈ, ਪਰ ਗੁਰੂ ਨਾਨਕ ਦਾ ਫਲਸਫਾ ਕਹਿੰਦਾ ਹੈ ਕਿ ਤਾਕਤ ਉਸ ਇੱਕ ਦੀ ਅਟੱਲ ਹੈ, ਸਦਾ ਰਹਿਣੀ ਹੈ। ਸੋ ਉਸ ਇੱਕ ਦਾ ਭੈ ਮੰਨਣਾ ਚਾਹੀਦਾ ਤੇ ਇਹ ਦੁਨਿਆਵੀ ਝਗੜੇ ਝੇੜਿਆਂ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੀਦਾ। ਸੋ ਪ੍ਰਮਾਤਮਾ ਕਰੇ ਕਿ ਦੁਨੀਆ ਦੇ ਹਰ ਬਸ਼ਿੰਦੇ ਦੀ ਸਲਾਮਤੀ ਦੀ ਅਰਦਾਸ ਮੈਂ ਕਰਦਾ। ਗੁਰੂ ਮਹਾਰਾਜ ਕਿਰਪਾ ਕਰਨ ਕਿ ਹਰ ਇਨਸਾਨ, ਹਰ ਇੱਕ ਬਸ਼ਿੰਦਾ ਸਲਾਮਤ ਰਵੇ ਤੇ ਦੁਨੀਆ ਇਸ ਭਿਆਨਕ ਯੁੱਧ ਤੋਂ ਬਚ ਸਕੇ। ਸੋ ਇੰਨੀਆਂ ਗੱਲਾਂ ਕਹਿੰਦਾ ਤੁਹਾਡੇ ਤੋਂ ਇਜਾਜ਼ਤ ਲੈਣਾ। ਮੈਂ ਗੁਰਸੇਵਕ ਸਿੰਘ ਇਸ ਖਾਸ ਪੇਸ਼ਕਸ਼ ਜੋ ਕਿ ਪੰਜਾਬੀ ਨੇਸ਼ਨ ਵੱਲੋਂ ਪੇਸ਼ ਕੀਤੀ ਗਈ ਹੈ। ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਦੇ ਲਈ ਆਪਣਾ ਖਿਆਲ ਰੱਖਣਾ। ਰੱਬ ਰੱਖਾ।